ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕਰਾਂਗੇ ਘਰ ਘਰ ਤਿਰੰਗਾ ਮੁਹਿੰਮ ਦੇ ਨਾਲ, ਕਿਉਂਕਿ ਇਸ ਮੁਹਿੰਮ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਲੱਖਾਂ ਹੀ ਨਹੀਂ ਕਰੋੜਾਂ ਝੰਡੇ ਰਾਜਾਂ ਨੂੰ ਸੌਂਪੇ ਗਏ ਸੀ ਕੇਂਦਰ ਸਰਕਾਰ ਦੇ ਵੱਲੋਂ। ਜਿਸ ਮੁਹਿੰਮ ਦਾ ਜਿੱਥੇ ਕਿ ਤਿਰੰਗੇ ਦੇ ਉੱਪਰ ਰਾਜਨੀਤੀ ਹੁੰਦੀ ਨਜ਼ਰ ਆਈ ਤੇ ਦੇਸ਼ ਦੀ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰ ਦੇਖਿਆ ਹੈ ਕਿ ਤਿਰੰਗਾ ਮੁਹਿੰਮ ਨੂੰ ਲੈ ਕੇ ਕੁਝ ਵਗਾਵਤੀ ਸੁਰਾਂ ਵੀ ਉੱਠੀਆਂ ਨੇ, ਵਿਰੋਧ ਵੀ ਹੁੰਦਾ ਨਜ਼ਰ ਆਇਆ। ਆਖਿਰ ਪੂਰਾ ਮਾਮਲਾ ਕੀ ਹੈ, ਇਸ ਮਾਮਲੇ ਵਿੱਚ ਸੰਬੰਧੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਮੁਹੱਲਾ ਕਲੀਨਿਕਾਂ ਦੀ, ਕਿਉਂਕਿ ਅੱਜ 75 ਮੁਹੱਲਾ ਕਲੀਨਿਕ ਪੰਜਾਬ ਸਰਕਾਰ ਵੱਲੋਂ ਦੇਸ਼ ਨੂੰ ਜਾਂ ਕਹੀਏ ਪੰਜਾਬ ਦੀ ਜਨਤਾ ਨੂੰ ਸੌਂਪ ਦਿੱਤੇ ਗਏ ਨੇ। ਲੇਕਿਨ ਉਸ ਦੇ ਉੱਪਰ ਨਵਾਂ ਵਿਵਾਦ ਚਿੜਿਆ ਹੈ। ਕੀ ਵਿਵਾਦ ਹੈ ਉਸ ਬਾਰੇ ਵੀ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਭਗਵੰਤ ਸਿੰਘ ਮਾਨ ਦੇ ਵਿਰੋਧ ਦੀ। ਅੱਜ ਭਗਵੰਤ ਸਿੰਘ ਮਾਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਹੜੀ ਜਗ੍ਹਾ ਤੇ ਵਿਰੋਧ ਹੋਇਆ, ਕਿੰਨਾ ਲੋਕਾਂ ਵੱਲੋਂ ਤੇ ਕਿੰਨਾ ਕਾਰਨਾਂ ਕਰਕੇ ਵਿਰੋਧ ਕੀਤਾ ਗਿਆ ਭਗਵੰਤ ਸਿੰਘ ਮਾਨ ਦਾ, ਉਸ ਬਾਰੇ ਵੀ ਚਰਚਾ ਕਰਾਂਗੇ। ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਅਣਖੀ ਸਰ, ਅੱਜ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ, ਜਸ਼ਨ ਦਾ ਮਾਹੌਲ ਸੀ, ਪਰ ਕੇਂਦਰ ਸਰਕਾਰ ਵੱਲੋਂ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਲੱਖਾਂ ਹੀ ਨਹੀਂ ਕਰੋੜਾਂ ਝੰਡੇ ਘਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਰਾਜ ਸਰਕਾਰਾਂ ਨੂੰ ਸੌਂਪੇ ਗਏ ਸੀ। ਜਿਸ ਤੋਂ ਬਾਅਦ ਰਾਜ ਸਰਕਾਰਾਂ ਨੇ ਅੱਗੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਕਿ ਹਰ ਇੱਕ ਘਰ ਦੇ ਵਿੱਚ ਤਿਰੰਗਾ ਪਹੁੰਚਾਇਆ ਜਾਵੇ। ਨਾਲ ਹੀ ਇਹ ਦੱਸ ਦਈਏ ਕਿ ਇਹ ਤਿਰੰਗਾ ਫ੍ਰੀ ਨਹੀਂ ਵੰਡਿਆ ਗਿਆ, ਸਗੋਂ ਇਸ ਦੇ ਲਈ ਚਾਰਜ ਕੀਤੇ ਗਏ ਨੇ, ਪੈਸੇ ਲਏ ਗਏ ਨੇ ਤੇ ਲੱਖਾਂ ਕਰੋੜਾਂ ਰੁਪਏ ਇਕੱਠਾ ਕੀਤਾ ਗਿਆ। ਜਿਸ ਤੋਂ ਬਾਅਦ ਘਰ ਘਰ ਤਿਰੰਗਾ ਮੁਹਿੰਮ ਹੈ ਜਿਹੜੀ ਹੁਣ ਵਿਵਾਦਾਂ ਦੇ ਵਿੱਚ ਹੈ, ਕਿਉਂਕਿ ਵਿਰੋਧੀ ਸੁਰ ਵੀ ਉੱਠੇ ਨੇ ਇਸ ਪੂਰੀ ਮੁਹਿੰਮ ਦੇ ਖਿਲਾਫ। ਆਖਿਰ ਪੂਰਾ ਮਾਮਲਾ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਹੁਣ ਸਰਕਾਰ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ? ਲਖਵਿੰਦਰ ਜੀ, ਇਸ ਸਮੇਂ ਦੇਸ਼ ਨੇ ਆਪਣਾ 75ਵਾਂ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ, ਔਰ ਕਿਹਾ ਜਾਵੇ ਕਿ ਦੇਸ਼ ਨੂੰ 75 ਸਾਲ ਜਿਹੜੇ ਨੇ ਉਹ ਹੋ ਗਏ ਨੇ। ਔਰ ਇਹ ਐਰਕਾ ਨਰਿੰਦਰ ਮੋਦੀ ਹੋਣਾ ਨੇ ਕੇਂਦਰ ਸਰਕਾਰ ਵੱਲੋਂ ਘਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਜਿਹੜੀ ਇਸ ਦਿਨ ਨੂੰ ਚੁਣਿਆ ਕਿ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਹਰ ਘਰ ਵਿੱਚ ਸਾਰੇ ਦੇਸ਼ ਅੰਦਰ ਝੰਡਾ ਜਿਹੜਾ ਤਿਰੰਗਾ ਝੰਡਾ ਜਿਹੜਾ ਚਲਾਇਆ ਜਾਣਾ ਚਾਹੀਦਾ, ਤਾਂ ਜੋ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਜਿਹੜੀ ਭਾਵਨਾ ਆ ਉਹ ਵੇਖਣ ਨੂੰ ਮਿਲੇ। ਲੋਕ ਆਪਣੇ ਉਸ ਇਤਿਹਾਸਕ ਵਿਰਸੇ ਤੋਂ ਜਾਣੂ ਹੋਣ, ਲੋਕ ਤਿਰੰਗੇ ਦੀ ਮਹਾਨਤਾ ਨੂੰ ਸਮਝਣ। ਸਰਕਾਰ ਨੇ, ਕੇਂਦਰ ਸਰਕਾਰ ਨੇ ਇਹ ਉਪਰਾਲਾ ਜਿਹੜਾ ਕੀਤਾ ਔਰ ਇਸ ਕਰਕੇ ਇਹ ਮੁਹਿੰਮ ਦੀ ਜਿਹੜੀ ਸ਼ੁਰੂਆਤ ਕੀਤੀ। ਔਰ ਇਹਦੇ ਵਾਸਤੇ ਸਾਰੇ ਰਾਜਾਂ ਨੂੰ ਕੇਂਦਰ ਸਰਕਾਰ ਵੱਲੋਂ ਝੰਡੇ ਜਿਹੜੇ ਨੇ ਉਹ ਭੇਜੇ ਗਏ ਤਾਂ ਜੋ ਸਰਕਾਰੀ ਦਫ਼ਤਰਾਂ ਦੇ ਰਾਹੀਂ ਇਹਨਾਂ ਝੰਡਿਆਂ ਨੂੰ ਵੇਚਿਆ ਜਾ ਸਕੇ। ਔਰ ਉਸ ਦਾ ਜਿਹੜਾ ਜੋ ਇਜ਼ਵਾਨਾ ਹੀ ਕਹਿ ਸਕਦੇ ਕਿ ਜੋ ਮਾਇਆ ਇਕੱਠੀ ਹੋਣੀ ਹੈ, ਜੋ ਸਾਰਾ ਇਸ ਝੰਡੇ ਦੇ ਖਰਚੇ ਜਿਹੜੇ ਨੇ ਜੋ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਵੇਚਣ ਵਾਸਤੇ ਦਿੱਤੇ ਗਏ, ਉਹ ਸਾਰੀ ਖਰੀਦ ਦੀ ਜਿਹੜੀ ਰਕਮ ਆ ਕੇਂਦਰ ਸਰਕਾਰ ਨੂੰ ਵਾਪਸ ਜਿਹੜੀ ਦਿੱਤੀ ਜਾਵੇ। ਸੋ ਕੇਂਦਰ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ। ਤਾਂ ਸੁਖਵਿੰਦਰ ਜੀ, ਜਦੋਂ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਕੁਦਰਤੀ ਤੌਰ ਤੇ ਦੂਸਰੇ ਪਾਸੇ ਜਿਹੜੀਆਂ ਕੁਝ ਪਾਰਟੀਆਂ, ਖੇਤਰੀ ਪਾਰਟੀਆਂ ਨੇ ਆਪਾਂ ਕਹਿ ਸਕਦੇ, ਜਿਹੜੀਆਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੇ ਨੇ। ਹਾਲਾਂਕਿ ਭਾਜਪਾ ਵੀ ਧਰਮ ਦੇ ਨਾਂ ਉੱਤੇ ਹੀ ਰਾਜਨੀਤੀ ਕਰਦੀ ਰਹੀ ਆ, ਪਰ ਕੁਝ ਖਾਸ ਪਾਰਟੀਆਂ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਧਰਮ ਦੇ ਨਾਂ ਤੇ ਆਧਾਰਿਤ ਹੀ ਰਾਜਨੀਤੀ ਕਰਦੀਆਂ ਨੇ, ਉਹਨਾਂ ਵੱਲੋਂ ਇਸ ਤਿਰੰਗਾ ਯਾਤਰਾ ਨੂੰ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਹਿੰਦੂਤਵ ਦੀ ਨੁਮਾਇੰਦਗੀ ਕਰਕੇ ਹੀ ਇਸ ਤਰੀਕੇ ਨਾਲ ਹੋ ਰਿਹਾ ਤੇ ਅਸੀਂ ਤਿਰੰਗੇ ਦੀ ਬਜਾਏ ਕੇਸਰੀ ਝੰਡਾ ਜਿਹੜਾ ਫੈਲਾਉਣਾ। ਔਰ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਆਵਾਜ਼ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਤਿਰੰਗੇ ਝੰਡੇ ਦੇ ਖਿਲਾਫ ਇਹ ਗੱਲ ਕਹੀ ਕਿ ਅਸੀਂ ਤਿਰੰਗਾ ਝੰਡਾ ਨਹੀਂ, ਕੇਸਰੀ ਝੰਡਾ ਜਿਹੜਾ ਫੈਲਾਉਣਾ। ਤਾਂ ਇਸ ਵਾਦ ਵਿਵਾਦ ਜਿੱਥੇ ਕੇਂਦਰ ਸਰਕਾਰ ਨੇ ਤਿਰੰਗੇ ਝੰਡੇ ਵੱਲੋਂ ਸ਼ੁਰੂਆਤ ਕੀਤੀ, ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਤੇ ਇਸ ਵੇਲੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਨੇ, ਉਹਨਾਂ ਨੇ ਕੇਸਰੀ ਝੰਡਾ ਫੈਲਾਉਣ ਦਾ ਐਲਾਨ ਜਿਹੜਾ ਕੀਤਾ। ਸੋ ਦੇਸ਼ ਅੱਜ ਦੇ ਦਿਨ ਆਜ਼ਾਦ ਹੋਇਆ, 15 ਅਗਸਤ ਨੂੰ ਆਜ਼ਾਦ ਹੁੰਦਾ ਤੇ ਕੱਲ ਵੀ ਤਿਰੰਗਾ ਯਾਤਰਾ ਵੱਖ-ਵੱਖ ਸ਼ਹਿਰਾਂ 'ਚ ਕੱਢੀ ਗਈ, ਪਰਸੋਂ ਵੀ ਕੱਢੀ ਗਈ। ਹਰ ਸ਼ਹਿਰ ਦੇ ਵਿੱਚ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਆ ਤਿਰੰਗਾ ਯਾਤਰਾ ਦੀ ਲੋਕਾਂ ਨੇ ਆਪੋ ਆਪਣੀ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਭਾਜਪਾ ਹੋਵੇ, ਇਹਨਾਂ ਨੇ ਸਾਰਿਆਂ ਨੇ ਵੱਖ-ਵੱਖ ਪੱਧਰ ਤੇ ਆਪੋ ਆਪਣੀਆਂ ਤਿਰੰਗਾ ਯਾਤਰਾਵਾਂ ਜਿਹੜੀਆਂ ਕੱਢ ਕੇ ਦੇਸ਼ ਭਗਤੀ ਦਾ ਪ੍ਰਮਾਣ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। ਤੇ ਦੂਸਰੇ ਪਾਸੇ ਜਿਸ ਤਰੀਕੇ ਨਾਲ ਅੱਜ ਚੱਪੜਚਿੜੀ ਦੇ ਵਿੱਚ
ਜਿਹੜੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ, ਉੱਥੇ ਜਾ ਕੇ ਉਹਨਾਂ ਨੇ ਕੇਸਰੀ ਝੰਡਾ ਲਹਿਰਾਇਆ। ਖੈਰ ਇਹ ਹਰ ਪਾਰਟੀ ਦਾ ਆਪੋ ਆਪਣਾ ਅਸੀਂ ਕਹਿ ਸਕਦੇ ਹਾਂ ਕਿ ਅੰਦਾਜ਼ ਹੈ ਕਿ ਜਾਂ ਦ੍ਰਿਸ਼ਟੀਕੋਣ ਆ ਕਿ ਉਹਨਾਂ ਨੇ ਸਰਕਾਰ ਦੇ ਇਸ ਕੇਂਦਰ ਦੇ ਕਿਸ ਫੈਸਲੇ ਨੂੰ ਕਿਸ ਤਰ੍ਹਾਂ ਲੈਣਾ। ਅਸਲ 'ਚ ਲਖਵਿੰਦਰ ਜੀ ਚੱਕਰ ਤੇ ਇਹ ਹੁੰਦਾ ਕਿ ਜਿਹੜਾ ਵੀ ਕੋਈ ਤੁਸੀਂ ਸਿਆਸੀ ਪਾਰਟੀਆਂ ਵੱਲੋਂ ਜਿਹੜੀ ਆਪਣੀ ਵਿਰੋਧੀ ਧਿਰ ਦਾ ਵਿਰੋਧ ਕਰਦਾ ਹੁੰਦਾ, ਉਹ ਤਾਂ ਵਿਰੋਧ ਕਿਸੇ ਵੀ ਮੁੱਦੇ ਤੇ ਹੋ ਸਕਦਾ ਤੇ ਕੀਤਾ ਵੀ ਲੋਕ ਵਿਰੋਧੀ ਤਰ੍ਹਾਂ ਕਰਦੀਆਂ ਵੀ ਹਨ। ਪਰ ਜਿਸ ਤਰੀਕੇ ਨਾਲ ਆਜ਼ਾਦੀ ਦਿਵਸ ਦੇ ਮੌਕੇ ਤੇ ਤਿਰੰਗੇ ਦੇ ਨਾਂ ਉੱਤੇ ਜਿਹੜੀ ਸਿਆਸਤ ਹੋਈ ਆ ਜਾਂ ਰਾਜਨੀਤਿਕ ਖੇਡ ਖੇਡੀ ਗਈ ਆ, ਜਾਂ ਸਿਮਰਨਜੀਤ ਸਿੰਘ ਮਾਨ ਹੋਣਾ ਵੱਲੋਂ ਕਾਂਗਰਸੀ ਜਾਂ ਦੂਜੀਆਂ ਸਰਕਾਰਾਂ ਇਹ ਇਲਜ਼ਾਮ ਲਾ ਰਹੀਆਂ ਨੇ ਕਿ ਜਿਹੜਾ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਵਾਲੀ ਸਰਕਾਰ ਆ, ਉਹਨਾਂ ਨੇ ਵੀ ਇਸ ਝੰਡੇ ਘਰ ਘਰ ਤਿਰੰਗਾ ਯਾਤਰਾ ਜਿਹੜੀ ਉਹਨੇ ਮਾਫ ਕਰਨਾ ਘਰ ਘਰ ਤਿਰੰਗਾ ਮੁਹਿੰਮ ਦੇ ਅੰਤਰਗਤ ਉਹਨਾਂ ਨੇ ਇੱਕ ਅਸੀਂ ਕਹਿ ਸਕਦੇ ਕਿ ਸਿਆਸੀ ਰੋਟੀਆਂ ਸੇਕਣ ਦੀ ਹੀ ਕੋਸ਼ਿਸ਼ ਜਿਹੜੀ ਕੀਤੀ ਹੈ। ਤੇ ਇੱਕ ਕਿਸਮ ਦੇ ਨਾਲ ਅਸੀਂ ਕਹਿ ਸਕਦੇ ਕਿ ਕੁਝ ਅਜਿਹੇ ਸਮੀਕਰਨ ਆਪਣੇ ਹੱਕ ਵਿੱਚ ਬਣਾਉਣ ਦੇ ਯਤਨ ਕੀਤੇ ਨੇ ਜਿਹੜੇ ਹਿੰਦੂ ਧਰਮ ਦੇ ਲੋਕੀ ਏਜੰਡੇ ਨੂੰ ਪੇਸ਼ ਕਰਦੇ ਨੇ। ਸੋ ਇਹ ਤਰੀਕੇ ਦਾ ਵਿਰੋਧ ਜਿਹੜਾ ਹੋਇਆ, ਪਰ ਇਹ ਅਸੀਂ ਕਿਸੇ ਵੀ ਪੱਖ ਤੋਂ ਲਖਵਿੰਦਰ ਇਹ ਗੱਲ ਠੀਕ ਨਹੀਂ ਕਹਿ ਸਕਦੇ ਕਿ ਜਦੋਂ ਤਿਰੰਗੇ ਦੇ ਉੱਤੇ ਜਾਂ ਝੰਡੇ ਦੇ ਉੱਤੇ ਸਿਆਸਤ ਜਿਹੜੀ ਹੋਵੇ, ਕਿਸੇ ਪਾਰਟੀ ਨੇ ਕਿਸ ਤਰੀਕੇ ਦਾ ਸੰਦੇਸ਼ ਦਿੱਤਾ, ਪਰ ਇਹ ਤਿਰੰਗਾ ਜਿਹੜਾ ਹੈ ਉਹ ਹਜ਼ਾਰਾਂ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਦਾ, ਜਿਨ੍ਹਾਂ ਨੇ ਦੇਸ਼ ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੁੰਦੀ ਹੈ, ਦੇਸ਼ ਦੀ ਵੰਡ ਸਮੇਂ ਕਿਸ ਤਰੀਕੇ ਨਾਲ ਕੁਰਬਾਨੀਆਂ ਦੇ ਕੇ ਇੱਕ ਆਪਣੇ ਦੇਸ਼ ਦਾ ਝੰਡਾ ਬਣਾਇਆ, ਔਰ ਝੰਡੇ ਦੇ ਉੱਤੇ ਅਸੀਂ ਮਾਣ ਕਰਦੇ ਹਾਂ। ਸੋ ਇਹ ਜਿਹੜੀ ਸਿਆਸਤ ਆ ਝੰਡੇ ਦੇ ਉੱਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੂੰ ਕਰਨੀ ਚਾਹੀਦੀ ਸੀ, ਨਾ ਹੀ ਵੱਖ-ਵੱਖ ਪਾਰਟੀਆਂ ਕਰਨੀ ਚਾਹੀਦੀ ਸੀ। ਝੰਡੇ ਦਾ ਜਿਹੜਾ ਸਨਮਾਨ ਆ ਤਿਰੰਗੇ ਦਾ, ਉਹ ਹਰ ਹਾਲਤ ਵਿੱਚ ਹੋਣਾ ਚਾਹੀਦਾ, ਕਿਉਂਕਿ ਝੰਡਾ ਜਿਹੜੀ ਆ ਕੋਈ ਆਪਣਾ ਕਿਸੇ ਵੀ ਜਦੋਂ ਬਾਹਰ ਜਾਈਦਾ, ਜਦੋਂ ਵਿਦੇਸ਼ਾਂ ਜਾਈਦਾ, ਤਾਂ ਫਿਰ ਪਤਾ ਲੱਗਦਾ ਕਿ ਇਹ ਤਿਰੰਗੇ ਦੀ ਮਹੱਤਤਾ ਜਿਹੜੀ ਹੈ ਸਾਡੇ ਵਾਸਤੇ ਕੀ ਆ ਜਾਂ ਦੇਸ਼ ਵਾਸੀਆਂ ਵਾਸਤੇ ਕੀ ਹੈ। ਬਾਕੀ ਹੁਣ ਅਗਲਾ ਪੁਆਇੰਟ ਦੀ ਗੱਲ ਕਰਦੇ, ਜਿਹੜੀ ਅਸੀਂ ਸਿਆਸਤ ਦੀ ਗੱਲ ਕੀਤੀ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਵੀ ਇਸ ਮੁੱਦੇ ਤੇ ਸਿਆਸਤ ਖੇਡਣ ਦਾ ਯਤਨ ਕੀਤਾ, ਤੇ ਦੂਜੇ ਪਾਸੇ ਲਖਵਿੰਦਰ ਜੀ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਹ ਝੰਡਿਆਂ ਤੋਂ ਸਿਰ ਤੋਂ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਉਹ ਵੀ ਸਰਕਾਰ ਦਾ ਇੱਕ ਉਹ ਮਾੜਾ ਪੱਖ ਸਾਹਮਣੇ ਆਇਆ ਕਿ ਜੇ ਵਾਕਿਆ ਹੀ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੇ ਅੰਦਰ ਦੇਸ਼ ਭਗਤੀ ਦਾ ਇੱਕ ਸੁਨੇਹਾ, ਇੱਕ ਮੈਸੇਜ ਦੇਣਾ ਚਾਹੁੰਦੀ ਸੀ ਜਾਂ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਗਟਾਉਣਾ ਚਾਹੁੰਦੀ ਸੀ, ਤੇ ਫਿਰ ਝੰਡਾ ਇਹ ਮੁੱਲ ਕਿਉਂ ਵੇਚਿਆ ਗਿਆ? ਇਹ ਝੰਡੇ ਲੋਕਾਂ ਨੂੰ ਫ੍ਰੀ ਕਿਉਂ ਨਾ ਦਿੱਤੇ ਗਏ? ਹਰ ਰਾਜਾਂ ਨੂੰ ਝੰਡੇ ਫ੍ਰੀ ਦੇ ਕੇ ਦੇਸ਼ ਭਗਤੀ ਦੀ ਭਾਵਨਾ ਦੇ ਪ੍ਰਤੀ ਸਮਰਪਣ ਦੀ ਭਾਵਨਾ ਕੇਂਦਰ ਸਰਕਾਰ ਵੱਲੋਂ ਕਿਉਂ ਨਾ ਵਿਖਾਈ ਗਈ? ਇਹ ਵੀ ਬਹੁਤ ਵੱਡਾ ਇੱਕ ਪ੍ਰਸ਼ਨ ਜਿਹੜਾ ਉਹ ਉੱਠਦਾ ਹੈਗਾ। ਹੁਣ ਉਦਾਹਰਨ ਦੇ ਤੌਰ ਤੇ ਪੰਜਾਬ ਨੂੰ ਇਹ ਝੰਡੇ ਦੀ ਜਿਹੜੀ ਕੀਮਤ ਆ 5 ਕਰੋੜ ਦੇ ਕਰੀਬ ਜਿਹੜੀ ਕਮਾਈ ਕਰਕੇ ਕੇਂਦਰ ਸਰਕਾਰ ਨੂੰ ਦੇਣੀ ਪਈ ਆ। 5 ਕਰੋੜ ਰੁਪਏ ਦਾ ਜਿਹੜਾ ਅਸੀਂ ਕਹਿ ਸਕਦੇ ਕਿ ਬਜਟ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ, ਇਹ 5 ਕਰੋੜ ਰੁਪਇਆ ਤੁਹਾਡੇ ਖਾਤੇ ਜਾਂ ਤੁਸੀਂ ਝੰਡੇ ਦੀ ਵੇਚ ਕੇ ਇਹਦੀ ਜਿਹੜੀ ਕਮਾਈ ਆ ਕੇਂਦਰੀ ਪੂਲ ਦੇ ਵਿੱਚ ਜਮ੍ਹਾਂ ਕਰਾਉਣੀ ਆ ਜਾਂ ਕੇਂਦਰ ਨੂੰ ਭੇਜਣੀ ਆ। ਜੋ ਸਾਡੇ ਤੱਕ ਜਾਣਕਾਰੀ ਪਹੁੰਚੀ 24 ਲੱਖ ਦੇ ਕਰੀਬ ਜਿਹੜੇ ਝੰਡੇ ਨੇ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਏ, ਤੇ ਪੰਜਾਬ ਸਰਕਾਰ ਨੇ 2 ਜ਼ੋਨਾਂ ਦੇ ਵਿੱਚ ਇੱਕ 2 ਜ਼ੋਨ ਬਣਾਏ ਜਿੱਥੇ ਵੱਖ-ਵੱਖ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਜਿਹੜੇ ਸੀ ਉਹ ਝੰਡੇ ਸਪਲਾਈ ਕੀਤੇ ਜਾਣੇ ਸਨ। ਜੋ ਉਸ ਤਰੀਕੇ ਨਾਲ ਇੱਕ ਜਲੰਧਰ ਤੇ ਦੂਜਾ ਬਠਿੰਡਾ ਕੇਂਦਰ ਜਿਹੜੇ ਉਹ ਬਣਾਏ ਗਏ। ਬਠਿੰਡਾ ਦੇ ਜਿਹੜਾ ਜ਼ੋਨ ਹੈ ਉੱਥੇ 11 ਲੱਖ ਤੇ ਜਲੰਧਰ ਦਾ ਜਿਹੜਾ ਜ਼ੋਨ ਸੀ ਉੱਥੇ 13 ਲੱਖ ਜਿਹੜੇ ਝੰਡੇ ਨੇ ਉਹ ਦਿੱਤੇ ਗਏ, ਜਿੱਥੋਂ ਬਾਕੀ ਜ਼ਿਲ੍ਹਿਆਂ 'ਚ ਇਹ ਝੰਡੇ ਗਏ ਨੇ। ਤਾਂ ਝੰਡਿਆਂ ਦੀ ਕਿਸਮ ਵੀ 3 ਤਰ੍ਹਾਂ ਦੀ ਹੈ, ਛੋਟਾ ਝੰਡਾ, ਵੱਡਾ, ਦਰਮਿਆਨਾ ਤੇ ਵੱਡਾ। ਛੋਟਾ ਜਿਹੜਾ ਸੀ ਉਸ ਦੀ ਕੀਮਤ 8 ਰੁਪਏ, ਮਾਫ ਕਰਦਾ 9 ਰੁਪਏ, ਜਿਹੜਾ 9 ਰੁਪਏ ਝੰਡਾ ਸੀ, ਜਿਹੜਾ ਦਰਮਿਆਨਾ ਦਾ ਸੀ ਉਹਦੀ 18 ਰੁਪਏ, ਤੇ ਸਭ ਤੋਂ ਵੱਡੇ ਝੰਡੇ ਦੀ ਕੀਮਤ ਜਿਹੜੀ 25 ਰੁਪਏ ਰੱਖੀ ਗਈ। ਔਰ ਲਖਵਿੰਦਰ ਜੀ ਇਹ ਗੱਲ ਪੱਕੀ ਆ ਕਿ ਝੰਡੇ ਜਿਹੜੇ ਨੇ ਲੋਕਾਂ ਨੂੰ ਜਿਸ ਤਰ੍ਹਾਂ ਹਸਪਤਾਲਾਂ ਦੀ ਜਿਹੜੀ OPD ਸੀ ਉੱਥੇ ਜਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਨਾਲ ਲੋਕਾਂ ਨੂੰ ਵੇਚੇ ਗਏ, ਤਾਂ ਉਹਨਾਂ ਦੀ ਇਹ ਕਿਹਾ ਗਿਆ ਕਿ ਇਹ ਝੰਡਾ ਤੁਸੀਂ ਲੈਣਾ ਹੀ ਲੈਣਾ ਆ। ਤਾਂ ਫਿਰ ਕੇਂਦਰ ਸਰਕਾਰ ਦੀ ਉਹ ਮਨਸ਼ਾ ਜਿਹੜੀ ਉਹ ਸਾਹਮਣੇ ਆ ਜਾਂਦੀ ਆ ਕਿ ਜਿਹੜੀ ਲੋਕਾਂ ਦੇ ਵਿੱਚ ਉਹ ਦੇਸ਼ ਭਗਤੀ ਦੀ ਉਸ ਭਾਵਨਾ ਨੂੰ ਵੇਖਣਾ ਚਾਹੁੰਦੇ ਕਿ ਲੋਕ ਆਪਣੇ ਦੇਸ਼ ਨਾਲ ਕਿੰਨਾ ਕੁ ਪਿਆਰ ਕਰਦੇ ਨੇ, ਆਪਣੇ ਝੰਡੇ ਨਾਲ ਕਿੰਨਾ ਕੁ ਪਿਆਰ ਕਰਦੇ ਨੇ। ਅਸਲ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਚੀਜ਼ ਦੀ ਮੁੱਲ ਨਿਰਧਾਰਿਤ ਕਰ ਦਿੰਦੇ ਜੇ ਤਾਂ ਅਸਲ 'ਚ ਲੋਕਾਂ ਦਾ ਮੋਹ ਜਿਹੜਾ ਅੱਧਾ ਤਾਂ ਉਦੋਂ ਹੀ ਭੰਗ ਹੋ ਜਾਂਦਾ, ਕਿਉਂਕਿ ਜੇਕਰ ਅਸੀਂ ਵਾਕਿਆ ਹੀ ਲੋਕਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਾਂ ਉਸ ਜਜ਼ਬੇ ਨੂੰ ਪ੍ਰਫੁੱਲਤ ਕਰਨਾ, ਤਾਂ ਫਿਰ ਇਹ ਕੀਮਤ ਜਿਹੜੀ ਸੀ ਇਹ ਨਹੀਂ ਸੀ ਰੱਖੀ ਜਾਣੀ ਚਾਹੀਦੀ। ਪਰ ਕੇਂਦਰ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਇਲਜ਼ਾਮ ਲਾ ਰਹੀਆਂ ਨੇ ਕਿ ਕੇਂਦਰ ਸਰਕਾਰ ਨੇ ਇਸ ਘਰ ਘਰ ਤਿਰੰਗਾ ਮੁਹਿੰਮ ਦੇ ਵਿੱਚੋਂ ਵੀ ਜਿਹੜਾ ਮੁਨਾਫਾ ਉਹ ਖੱਟ ਲਿਆ, ਤੇ ਇੱਕ ਨਜਾਇਜ਼ ਬੋਝ ਜਿਹੜਾ ਰਾਜ ਸਰਕਾਰਾਂ ਤੇ ਪਾਤਾ, ਜਿਸ ਤਰੀਕੇ ਨਾਲ 5 ਕਰੋੜ ਦਾ ਜਿਹੜਾ ਬੋਝ ਆ ਪੰਜਾਬ ਸਰਕਾਰ ਤੇ ਪਿਆ,
ਇਹ ਇਸ ਨੂੰ ਨਜਾਇਜ਼ ਆ। ਇਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਘੱਟ ਤਾਂ ਬਜ਼ਾਰੀਕਰਨ ਦੀ ਜਿਹੜੀ ਆ ਉਹ ਭਾਵਨਾ ਜਿਹੜੀ ਜ਼ਿਆਦਾ ਹੁੰਦੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸ ਮੁੱਦੇ ਜਾਂ ਕਿਸ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸਾ ਕੱਢਣ ਲਈ ਤਤਪਰ ਆ ਜਾਂ ਕੋਈ ਵੀ ਮੌਕਾ ਉਹ ਆਪਣੇ ਹੱਥੋਂ ਉਹ ਜਾਣ ਦੇਣਾ ਨਹੀਂ ਚਾਹੁੰਦੀ। ਸੋ ਇਹ ਅਜਿਹਾ ਮੁੱਦਾ ਜਿਹੜਾ ਮੁੱਦਾ ਅੱਜ ਗਰਮਾਇਆ ਰਿਹਾ, ਖਾਸ ਤੌਰ ਤੇ 3-4 ਦਿਨ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀ ਕਾਫੀ ਜਿਹੜੀ ਅਸੀਂ ਚਰਚਾ ਜਿਹੜੀ ਹੋਈ ਆ ਜਾਂ ਵੇਖਣ ਨੂੰ ਮਿਲੀ ਆ। ਔਰ ਦੂਜੇ ਪਾਸੇ ਜਿਸ ਤਰੀਕੇ ਨਾਲ ਸਿਮਰਜੀਤ ਸਿੰਘ ਮਾਨ ਹੋਣਾ ਨੇ ਇਹ ਐਲਾਨ ਕੀਤਾ ਕਿ ਅਸੀਂ ਕੇਸਰੀ ਝੰਡਾ ਚਲਾਉਣਾ ਤਿਰੰਗੇ ਦੇ ਮੁਕਾਬਲੇ, ਤਾਂ ਦੂਸਰੇ ਪਾਸੇ ਕੁਝ ਲੋਕ ਇਹੋ ਸਹੀ ਜਿਹੜੇ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਨੇ ਤਿਰੰਗਾ ਲਹਿਰਾਤਾ, ਉਹ ਵੀ ਗੱਲ ਗਲਤ ਆ। ਹਰ ਚੀਜ਼ ਦੀ ਇੱਕ ਮਰਿਆਦਾ ਆ। ਧਾਰਮਿਕ ਸਥਾਨ ਤੇ ਜਿਹੜਾ ਝੰਡਾ ਚਲਾਉਣਾ ਉਸ ਧਰਮ ਦਾ ਹੀ, ਉਸ ਧਾਰਮਿਕ ਸਥਾਨ ਨਾਲ ਸੰਬੰਧਿਤ ਹੀ ਝੰਡਾ ਚਲਾਇਆ ਜਾਣਾ ਚਾਹੀਦਾ। ਬਾਕੀ ਇਹੋ ਜਿਹੇ ਜਿਹੜੇ ਵਿਵਾਦ ਨੇ ਪੈਦਾ ਕਰਕੇ ਕੁਝ ਸਿਆਸੀ ਪਾਰਟੀਆਂ ਆਪਣੀਆਂ ਰੋਟੀਆਂ ਜ਼ਰੂਰ ਸੇਕਣੀਆਂ ਚਾਹੁੰਦੇ ਨੇ, ਜਿਹਦੇ ਤੋਂ ਬਚਣ ਦੀ ਗਰੇਜ ਆ। ਦੇਸ਼ ਜਿਹੜਾ ਆਜ਼ਾਦ ਜਦੋਂ ਕਰਾਇਆ ਗਿਆ ਸੀ, ਇਹ ਕਿਸੇ ਹਿੰਦੂ, ਮੁਸਲਿਮ, ਸਿੱਖ, ਈਸਾਈ ਨੇ ਨਹੀਂ ਸੀ ਕਰਾਇਆ, ਬਲਕਿ ਸਾਰੇ ਲੋਕਾਂ ਨੇ ਜਿਹੜੇ ਭਾਰਤ ਅੰਦਰ ਗੁਲਾਮ ਲੋਕ ਸਨ ਉਹਨਾਂ ਨੇ ਕਰਾਇਆ ਸੀ। ਤੇ ਸਭ ਤੋਂ ਜ਼ਿਆਦਾ ਜਿਹੜਾ ਉਸ ਵੰਡ ਦਾ ਸੇਕ ਸੀ ਪੰਜਾਬ ਦੇ ਲੋਕਾਂ ਨੂੰ ਲੱਗਾ ਸੀ। ਜਦੋਂ ਪੰਜਾਬ ਦੇ ਵਿਚਕਾਰ ਵੰਡ ਹੁੰਦੀ ਆ ਤਾਂ ਉਧਰ ਦੇ ਲੋਕ ਤੇ ਇੱਧਰ ਦੇ ਲੋਕਾਂ ਉੱਜੜ ਗਏ ਸੀ, ਪੰਜਾਬ ਉੱਜੜ ਗਿਆ ਸੀ। ਸੋ ਜੇਕਰ ਉਸ ਅਜਾੜੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਜਾਂ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਮਿਲਦੀ ਆ, ਇੱਕ ਤਿਰੰਗਾ ਝੰਡਾ ਆਪਣਾ ਮਿਲਦਾ, ਤਾਂ ਉਸ ਤਿਰੰਗੇ ਦਾ ਜ਼ਰੂਰ ਸਨਮਾਨ ਕਰਨਾ ਚਾਹੀਦਾ ਆ। ਰਾਜਨੀਤਿਕ ਮੁੱਦੇ ਭੜਕਾਉਣ ਨੂੰ ਜਾਂ ਸਿਆਸੀ ਰੋਟੀਆਂ ਸੇਕਣ ਨੂੰ ਬੜੇ ਹੋਰ ਮੁੱਦੇ ਅਜਿਹੇ ਨੇ, ਪਰ ਇੱਕ ਅਜਿਹਾ ਮੁੱਦਾ ਜਿਹਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ, ਉਹਨਾਂ ਸ਼ਹੀਦਾਂ ਦੀਆਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ, ਸਿਆਸੀ ਪਾਰਟੀਆਂ ਨੂੰ ਚਾਹੀਦਾ ਕਿ ਉਹ ਇਹੋ ਜਿਹੇ ਮੁੱਦੇ ਤੇ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ, ਚਾਹੇ ਉਹ ਕੇਸਰੀ ਝੰਡੇ ਦੀ ਗੱਲ ਹੋਵੇ ਤੇ ਚਾਹੇ ਉਹ ਤਿਰੰਗੇ ਦੀ ਗੱਲ ਹੋਵੇ। ਇਹਦੇ ਤੋਂ ਜ਼ਰੂਰ ਬਚਣਾ ਚਾਹੀਦਾ, ਕਿਉਂਕਿ ਦੇਸ਼ ਜੇ ਹੈਗਾ ਤਾਂ ਫਿਰ ਅਸੀਂ ਆ, ਜੇ ਝੰਡਾ ਤਾਂ ਸਾਡਾ ਨਿਸ਼ਾਨ ਆ। ਸੋ ਇਸ ਕਰਕੇ ਇਹ ਜ਼ਰੂਰ ਵੇਖਿਆ ਜਾਣਾ ਚਾਹੀਦਾ ਜੀ। ਬਿਲਕੁਲ ਸਰ, ਬਿਲਕੁਲ। ਜਿਸ ਤਰੀਕੇ ਨਾਲ ਲੇਕਿਨ ਅੱਜ ਇਹ ਆਪਾਂ ਕਹੀਏ ਵੀ ਰਾਜਨੀਤੀ ਹੋਈ, ਅੱਜ ਤਿਰੰਗੇ ਦੇ ਉੱਪਰ ਗਰਿਮਾ ਨੂੰ ਠੇਸ ਜ਼ਰੂਰ ਪਹੁੰਚੀ ਹੈ, ਕਿਉਂਕਿ ਮਜਬੂਰੀ ਦੇ ਕਾਰਨ ਲੋਕਾਂ ਨੂੰ ਝੰਡਾ ਲੈਣਾ ਵੀ ਪਿਆ ਤੇ ਮਜਬੂਰੀ ਦੇ ਵਿੱਚ ਅਧਿਕਾਰੀਆਂ ਨੂੰ ਇਹ ਝੰਡੇ ਵੇਚਣੇ ਵੀ ਪਏ ਨੇ। ਸੋ ਝੰਡਾ ਕਹਿ ਸਕਦੇ ਵੀ ਅੱਜ ਇੰਡੀਆ ਦਾ ਝੰਡਾ ਵਿਕਦਾ ਹੋਇਆ ਨਜ਼ਰ ਆਇਆਗਾ ਗਲੀਆਂ ਦੇ ਵਿੱਚ ਵੀ। ਸੋ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੀ ਮੁਹੱਲਾ ਕਲੀਨਿਕਾਂ ਦੀ, ਕਿਉਂਕਿ ਜਿੱਥੇ ਵਿਵਾਦ ਤਿਰੰਗੇ ਦੇ ਉੱਪਰ ਹੋਇਆ, ਅੱਜ ਮੁਹੱਲਾ ਕਲੀਨਿਕਾਂ ਉੱਪਰ ਵੀ ਵਿਵਾਦ ਹੋਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰੀਕੇ ਨਾਲ ਇਸ ਵਿਵਾਦ ਵਿੱਚ ਘਿਰਦੀ ਹੋਈ ਨਜ਼ਰ ਆਈ ਸੀ। ਸੋ ਮੁਹੱਲਾ ਕਲੀਨਿਕ ਦੀ ਸ਼ੁਰੂਆਤ 75 ਮੁਹੱਲਾ ਕਲੀਨਿਕ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਗਏ ਤੇ ਨਾਲ ਹੀ ਨਾਲ ਤਸਵੀਰ ਇੱਕ ਇਸ ਮੁੱਦੇ ਦਾ, ਇਸ ਵਿਵਾਦ ਦਾ ਕਾਰਨ ਬਣੀ ਹੈ। ਤਸਵੀਰ ਸੀ ਭਗਵੰਤ ਸਿੰਘ ਮਾਨ ਦੀ। ਆਖਰ ਇਸ ਤਸਵੀਰ ਦੇ ਉੱਪਰ ਸਰ ਇੰਨਾ ਹੋ ਹੱਲਾ ਹੋਇਆ ਕਿਉਂ ਹੈ? ਕੀ ਕਾਰਨ ਸੀ ਵੀ ਅੱਜ ਮੁਹੱਲਾ ਕਲੀਨਿਕ ਖੁੱਲ੍ਹਦੇ ਹੀ ਇੱਕ ਤਸਵੀਰ ਕਾਰਨ ਵਿਵਾਦਾਂ 'ਚ ਆ ਗਈ? ਲਖਵਿੰਦਰ ਜੀ, ਅੱਜ ਸਵੇਰੇ ਜਦੋਂ ਭਗਵੰਤ ਮਾਨ ਹੁਣੀ ਲੁਧਿਆਣੇ ਵਿਖੇ ਰਾਸ਼ਟਰੀ ਆਜ਼ਾਦੀ ਦਿਵਸ ਦੇ ਮੌਕੇ ਤੇ ਰਾਸ਼ਟਰੀ ਝੰਡਾ ਚਲਾ ਰਹੇ ਸਨ, ਤਾਂ ਉਸ ਤੋਂ ਮਗਰੋਂ ਉਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ, ਜਿਹੜਾ ਬਕਾਇਦਾ ਤੌਰ ਤੇ 15 ਅਗਸਤ ਨੂੰ 75 ਜਿਹੜੇ ਮੁਹੱਲਾ ਕਲੀਨਿਕ ਨੇ ਅੱਜ ਪੰਜਾਬ ਦੇ ਵਿੱਚ ਕੰਮਕਾਜ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੇ ਇਹ ਦੋ ਮੁੱਦਿਆਂ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ, ਇੱਕ ਸਿੱਖਿਆ ਤੇ ਦੂਜਾ ਸਿਹਤ। ਸਿਹਤ ਦੇ ਮੁੱਦੇ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਜਿਹੜੇ 117 ਦੇ ਹਲਕੇ ਨੇ, ਉਹਨਾਂ 117 ਹਲਕਿਆਂ ਦੇ ਵਿੱਚ ਮੁਹੱਲਾ ਕਲੀਨਿਕ ਜਿਹੜੇ ਖੋਲ੍ਹਣੇ ਨੇ ਤੇ 75 ਜਿਹੜੇ ਨੇ ਉਹ ਉਹਨਾਂ ਨੇ ਇਸ ਮੌਕੇ ਤੇ 15 ਅਗਸਤ ਤੇ ਉਹਨਾਂ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ। ਹੁਣ ਜਿਹੜਾ ਵਾਦ ਵਿਵਾਦ ਸ਼ੁਰੂ ਹੋਇਆ, ਅੱਜ ਬਕਾਇਦਾ ਤੌਰ ਤੇ ਕੰਮ ਸ਼ੁਰੂ ਹੋ ਗਿਆ, ਤਾਂ ਵਾਦ ਵਿਵਾਦ ਉਸ ਤਸਵੀਰ ਨੂੰ ਲੈ ਕੇ ਹੋਇਆ ਜਿਹੜੀ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਲੱਗੀ ਹੋਈ ਹੈ, ਤੇ ਉਹ ਤਸਵੀਰ ਜਿਹੜੀ ਹੈ ਭਗਵੰਤ ਸਿੰਘ ਮਾਨ ਹੋਣਾ ਦੀ ਹੈ। ਲਖਵਿੰਦਰ ਜੀ, ਅਗਰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਬੀਤੇ ਦੌਰ ਦੇ ਵਿੱਚ ਚਾਹੇ ਅਕਾਲੀ ਸਰਕਾਰ ਸੀ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹ ਸਮੇਂ ਉਸ ਸਮੇਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਹਰ ਉਸ ਨੀਤੀ ਦਾ ਵਿਰੋਧ ਕਰਦੀ ਰਹੀ ਆ ਜਿਨ੍ਹਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਜੇਕਰ ਫੋਟੋ ਹੁੰਦੀ ਤਾਂ ਵਿਰੋਧ ਕਰਦੀ ਸੀ, ਤੇ ਜੇ ਐਂਬੂਲੈਂਸ 108 ਐਂਬੂਲੈਂਸ ਜੇਕਰ ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੁੰਦੀ ਤਾਂ ਇਸ ਦਾ ਵਿਰੋਧ ਆਮ ਆਦਮੀ ਪਾਰਟੀ ਵੱਲੋਂ ਜਾਂ ਰਾਜਨੀਤਿਕ ਪਾਰਟੀ ਵੱਲੋਂ ਕੀਤਾ ਜਾਂਦਾ ਸੀ, ਤੇ ਇਹਦੇ ਉੱਤੇ ਫੋਟੋ ਜਿਹੜੀ ਆ ਨਹੀਂ ਹੋਣੀ ਚਾਹੀਦੀ। ਇਹ ਵਿਰੋਧ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਕਰੋਨਾ ਕਾਲ 'ਚ ਵੀ ਮਿਲਿਆ, ਜਦੋਂ ਕਰੋਨਾ ਕਾਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵਾਲੇ ਜਿਹੜੇ ਰਾਸ਼ਨ ਹੈ ਸੀ, ਰਾਸ਼ਨ ਦੀਆਂ ਬੋਰੀਆਂ ਜਾਂ ਅਸੀਂ ਕਹਿ ਸਕਦੇ ਜਿਹੜੇ ਪੈਕਟ ਸਨ ਉਹ ਲੋਕਾਂ ਦੇ ਘਰ ਪਹੁੰਚਾਏ ਗਏ, ਤਾਂ ਉਸ ਵਕਤ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਅਹਿਮ ਕਾਰਕੁਨ ਨੇ ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਇਸ ਤਰੀਕੇ ਨਾਲ ਸੇਵਾ ਨਹੀਂ ਸਿਆਸਤ ਹੋ ਰਹੀ ਹੈ। ਕਹਿਣ ਦਾ ਅਰਥ ਇਹ ਕਿ ਆਮ ਆਦਮੀ ਪਾਰਟੀ ਨੇ ਉਸ ਸਮੇਂ ਚਾਹੇ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਤੇ ਚਾਹੇ ਜਿਹੜੀ ਆ
ਕਾਂਗਰਸ ਦੀ ਸਰਕਾਰ ਹੋਵੇ। ਤਾਂ ਉਹਨਾਂ ਸਰਕਾਰਾਂ ਦੇ ਵਿੱਚ ਜੇਕਰ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਲੱਗਦੀਆਂ ਰਹੀਆਂ ਤਾਂ ਵੀ ਇਹ ਵਿਰੋਧ ਕਰਦੇ ਸੀ। ਦੂਜੇ ਪਾਸੇ ਜੇ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਲੱਗਦੀ ਤਾਂ ਵਿਰੋਧ ਸੀ। ਤੇ ਬਾਅਦ ਦੇ ਵਿੱਚ ਅਖੀਰਲੇ 3 ਮਹੀਨਿਆਂ ਦੇ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਦੀ ਫੋਟੋ ਵੀ ਲੱਗੀ ਤਾਂ ਆਮ ਆਦਮੀ ਪਾਰਟੀ ਨੇ ਉਹ ਵੀ ਮੌਕਾ ਜਿਹੜਾ ਹੱਥੋਂ ਨਹੀਂ ਜਾ ਦਿੱਤਾ। ਤੇ ਇਹ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ VIP ਕਲਚਰ ਜਿਹੜਾ ਉਹ ਪੰਜਾਬ ਦੇ ਅੰਦਰ ਬਿਲਕੁਲ ਖਤਮ ਕਰ ਦੇਣਾ। ਤਾਂ ਉਸ ਦਾ ਉਹਨਾਂ ਨੇ ਇੱਕ ਪ੍ਰਮਾਣ ਇਹ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਹੁੰ ਚੁੱਕਦੀ ਆ ਤਾਂ ਭਗਵੰਤ ਸਿੰਘ ਮਾਨ ਦਾ ਪਹਿਲਾ ਐਲਾਨ ਇਹ ਹੁੰਦਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਮੇਰੀ ਫੋਟੋ ਜਿਹੜੀ ਆ ਨਹੀਂ ਲੱਗੇਗੀ। ਫੋਟੋ ਲੱਗੇਗੀ ਡਾਕਟਰ ਭੀਮ ਰਾਓ ਅੰਬੇਦਕਰ, ਬਾਬਾ ਸਾਹਿਬ ਅੰਬੇਦਕਰ ਦੀ, ਤੇ ਦੂਸਰੀ ਸ਼ਹੀਦ ਭਗਤ ਸਿੰਘ ਦੀ। ਇਹ ਐਲਾਨ ਉਹਨਾਂ ਨੇ ਕੀਤਾ ਤੇ ਉਸ ਐਲਾਨ ਤੇ ਅਮਲ ਵੀ ਹੋਇਆ। ਪਰ ਅੱਜ ਜਦੋਂ ਮੁਹੱਲਾ ਕਲੀਨਿਕ ਖੁੱਲ੍ਹਦੇ ਨੇ ਉਹੀ ਭਗਵੰਤ ਸਿੰਘ ਮਾਨ ਜਿਹੜੇ VIP ਕਲਚਰ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਜਿਨ੍ਹਾਂ ਨੇ ਐਲਾਨ ਕੀਤਾ, ਜਦੋਂ ਉਹਨਾਂ ਦੀਆਂ ਹੀ ਫੋਟੋਆਂ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਵੇਖੀਆਂ ਤਾਂ ਕੁਦਰਤੀ ਤੌਰ ਤੇ ਵਿਰੋਧੀ ਪਾਰਟੀਆਂ ਨੂੰ ਤਾਂ ਬੋਲਣ ਦਾ ਮੌਕਾ ਚਾਹੀਦਾ। ਵਿਰੋਧੀ ਪਾਰਟੀਆਂ ਨੇ ਇਸ ਮੁੱਦੇ ਤੇ ਮਿੰਟ ਨਹੀਂ ਲਾਇਆ। ਉਸੇ ਵੇਲੇ ਸਰਕਾਰ ਨੂੰ ਜਿਹੜਾ ਘੇਰ ਲਿਆ ਕਿ ਇੱਕ ਪਾਸੇ ਤਾਂ ਤੁਸੀਂ ਇਹ ਗੱਲਾਂ ਕਹਿੰਦੇ ਰਹੇ ਕਿ ਅਸੀਂ ਇਸ ਕਲਚਰ ਦੇ ਖਿਲਾਫ ਆ, ਹੁਣ ਤੁਸੀਂ ਆਪ ਹੀ ਆਪਣਾ ਪ੍ਰਚਾਰ ਜਿਹੜਾ ਕਰ ਰਹੇ ਜੇ, ਜਦੋਂ ਕਿ ਇਹ ਸਮਝਿਆ ਜਾ ਰਿਹਾ ਕਿ ਇਹ ਜਿਹੜੀ ਮੁਹੱਲਾ ਕਲੀਨਿਕਾਂ ਨੂੰ ਜਿਹੜੀ ਮਿਲਣ ਵਾਲੀ ਗ੍ਰਾਂਟ ਆ ਇਹ ਕੇਂਦਰ ਸਰਕਾਰ ਤੋਂ ਆਉਣੀ ਹੈ ਜਾਂ ਕਿਸੇ ਵੀ ਪੱਖ ਤੋਂ ਆਉਣੀ ਹੋਵੇ। ਉਹਨਾਂ ਨੇ ਸਿਰਫ ਵਿਰੋਧੀ ਪਾਰਟੀਆਂ ਨੇ ਇਹ ਯਾਦ ਸਰਕਾਰ ਨੂੰ ਜ਼ਰੂਰ ਕਰਾਇਆ ਕਿ ਤੁਸੀਂ ਉਹ ਲੋਕ ਜੇ ਕਿ ਜਦੋਂ ਪਹਿਲਾਂ ਦੂਜੀਆਂ ਪਾਰਟੀਆਂ ਇਹਨਾਂ ਗੱਲਾਂ ਦੇ ਉੱਤੇ ਆਪਣਾ ਇਦਾਂ ਦਾ ਪ੍ਰਚਾਰ ਕਰਦੇ ਸੀ ਤੁਸੀਂ ਉਹਨਾਂ ਨੂੰ ਹਮੇਸ਼ਾ ਨਿਸ਼ਾਨੇ ਤੇ ਲੈਂਦੇ ਰਹੇ ਜੇ। ਹੁਣ ਤੁਸੀਂ ਆਪ ਉਹੋ ਜਿਹੀਆਂ ਹੀ ਗਤੀਵਿਧੀਆਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਨਾਲ ਤੁਸੀਂ ਆਪ ਰਵਾਇਤੀ ਪਾਰਟੀਆਂ ਵਾਂਗੂ ਹੀ ਹੋ ਗਏ ਜੇ। ਤਾਂ ਲਖਵਿੰਦਰ ਇਹ ਪ੍ਰਸ਼ਨ ਹੈ ਵੀ ਕਾਫੀ ਹੱਦ ਤੱਕ ਜਾਇਜ਼, ਕਿਉਂਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ VIP ਕਲਚਰ ਜਿਹੜਾ ਉਹ ਖਤਮ ਕਰਨਾ। ਤਾਂ ਜੇਕਰ ਇੱਕ ਪਾਸੇ ਤਾਂ ਤੁਸੀਂ ਸਰਕਾਰੀ ਦਫ਼ਤਰਾਂ, ਹਸਪਤਾਲ ਜਿਹੜੇ ਦੂਜੇ ਨੇ ਹੋਰ ਸਰਕਾਰੀ ਅਦਾਰੇ ਉਹਨਾਂ ਵਿੱਚ ਤਾਂ ਭਗਵੰਤ ਸਿੰਘ ਮਾਨ ਦੀ ਫੋਟੋ ਜਿਹੜੀ ਨਹੀਂ ਲੱਗੀ, ਤੇ ਜੇਕਰ ਮੁਹੱਲਾ ਕਲੀਨਿਕ ਖੋਲ੍ਹਦਿਆਂ ਸਾਰ ਹੀ ਉੱਥੇ ਫੋਟੋ ਲੱਗਦੀ ਹੈ ਤਾਂ ਕੁਦਰਤੀ ਤੌਰ ਤੇ ਤੁਸੀਂ ਤਾਂ ਫਿਰ ਸਵਾਲਾਂ ਦੇ ਘੇਰੇ ਵਿੱਚ ਆਓਗੇ ਤਾਂ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਸਵਾਲਾਂ 'ਚ ਘਿਰ ਗਈ ਆ। ਅੱਜ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਵਿਖੇ ਰਾਸ਼ਟਰੀ ਝੰਡਾ ਚੜਾਉਣਾ ਸੀ ਤੇ 3000 ਜਿਹੜੇ ਪੁਲਿਸ ਕਰਮਚਾਰੀ ਸੀ ਉਹਨਾਂ ਦੀ ਡਿਊਟੀ ਜਿਹੜੀ ਸੀ ਉੱਥੇ ਜਿਹੜੀ ਲੱਗੀ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਆਉਣਾ। VIP ਕਲਚਰ ਕਹਿਣ ਨੂੰ ਹੋ ਸਕਦਾ ਕਿ ਉਹਨਾਂ ਨੇ ਖਤਮ ਕੀਤਾ ਹੋਵੇ, ਪਰ ਲਖਵਿੰਦਰ ਜੀ ਅਜੇ ਉਸ ਪੱਧਰ ਦਾ ਹੋਇਆ ਨਹੀਂ। ਇੱਕ ਗੱਲ ਹੋਰ ਆਪਾਂ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਜਿਹੜੀ ਗਤੀਵਿਧੀਆਂ ਨੇ ਜਾਂ ਕਾਰਜਸ਼ੈਲੀਆਂ ਨੇ ਕਿ ਲੋਕ ਇਸ ਪੱਖ ਤੋਂ ਬਹੁਤ ਦੁਖੀ ਨੇ ਕਿ ਲੋਕਾਂ ਦੇ ਕੰਮ ਹੀ ਨਹੀਂ ਹੋ ਰਹੇ, ਤੇ ਲੋਕਾਂ ਨੇ ਇਹਨਾਂ ਵਿਧਾਇਕਾਂ ਨੂੰ ਤਾਂ ਜਿਤਾਇਆ ਹੈ ਕਿ ਸਾਡੇ ਕੰਮ ਜਿਹੜੇ ਉਹ ਹੋਣਗੇ, ਕਿਉਂਕਿ ਅਜਿਹਾ ਇਹਨਾਂ ਨੇ ਤਸਵੀਰ ਪੇਸ਼ ਕੀਤੀ ਸੀ ਜਿਸ ਵਿੱਚ ਬਦਲਾਵ ਦੀ ਗੱਲ ਕੀਤੀ ਸੀ ਕਿ ਇੱਕ ਅਜਿਹਾ ਬਦਲਾਵ ਲਿਆਵਾਂਗੇ ਕਿ ਪੰਜਾਬ ਦੇ ਲੋਕਾਂ ਦੇ ਕੰਮ ਜਿਹੜੇ ਹੋਣਗੇ। ਤਾਂ ਲਖਵਿੰਦਰ ਜੀ ਲੋਕ ਆਪਣੇ ਕੰਮਾਂ ਨਾਲ ਬੱਝੇ ਹੁੰਦੇ ਆ, ਤੇ ਜਦੋਂ ਤੁਹਾਡੇ ਕੰਮ ਹੀ ਨਹੀਂ ਹੋਣੇ ਤਾਂ ਫਿਰ ਲੋਕਾਂ ਨੇ ਕੁਦਰਤੀ ਤੌਰ ਤੇ ਇਹਨਾਂ ਵਿਧਾਇਕਾਂ ਜਾਂ ਇਸ ਪਾਰਟੀ ਨੂੰ ਟੁੱਟਣਾ ਹੁੰਦਾ ਤੇ ਉਹ ਟੁੱਟਣ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ। ਲੋਕਾਂ ਨੇ 4 ਮਹੀਨਿਆਂ ਦੇ ਵਿੱਚ ਹੀ ਸਰਕਾਰ ਦੀ ਉਸ ਕਾਰਜਸ਼ੈਲੀ ਨੂੰ ਵੇਖ ਲਿਆ ਕਿ ਕਿਹੋ ਜਿਹਾ ਇਹਨਾਂ ਦੇ ਕੰਮ ਹੋ ਰਹੇ ਨੇ, ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਹਾਂ ਤਾਂ ਉਹਨਾਂ ਦੀਆਂ ਇਹ ਸ਼ਿਕਾਇਤਾਂ ਨੇ ਕਿ ਵਿਧਾਇਕਾਂ ਦੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਨਹੀਂ ਸੁਣਦੇ, ਤਾਂ ਫਿਰ ਅਸੀਂ ਇਹਨਾਂ ਕੋਲ ਲੈਣਾ ਕੀ। ਤਾਂ ਦੂਜੇ ਪਾਸੇ ਜੇਕਰ ਵਿਰੋਧੀ ਧਿਰਾਂ ਵੀ ਇਹੋ ਜਿਹੇ ਮੁੱਦਿਆਂ ਤੇ ਸਰਕਾਰ ਤੋਂ ਘੇਰਦੀਆਂ ਨੇ ਤਾਂ ਸਰਕਾਰ ਦੀ ਜਿਹੜੀ ਸਥਿਤੀ ਆ ਲਖਵਿੰਦਰ ਜੀ ਉਹ ਬੜੀ ਬੀਤੇ ਦਿਨਾਂ 'ਚ ਹੋਰ ਤਰੀਕੇ ਦੀ ਹੋਈ। ਹਰ ਮੁੱਦੇ ਤੇ ਵਿਰੋਧੀ ਪਾਰਟੀਆਂ ਘੇਰਦੀਆਂ ਨੇ, ਚਾਹੇ ਅਮਨ ਕਾਨੂੰਨ ਦੀ ਸਥਿਤੀ ਹੋਵੇ ਜਾਂ ਦੂਜੇ ਮੁੱਦੇ ਹੋਣ, ਚਾਹੇ ਵਾਈਸ ਚਾਂਸਲਰ ਦਾ ਮੁੱਦਾ ਹੋਵੇ, ਬੜੇ ਮੁੱਦੇ ਹਰ ਦਿਨ ਇਹਨਾਂ ਦੇ ਵਿਧਾਇਕ ਜਾਂ ਮੰਤਰੀ ਖੁਦ ਹੀ ਵਿਰੋਧੀ ਪਾਰਟੀਆਂ ਨੂੰ ਦੇ ਦਿੰਦੇ ਆ ਤੇ ਵਿਰੋਧੀ ਪਾਰਟੀਆਂ ਵੀ ਮਿੰਟ ਨਹੀਂ ਲਾਉਂਦੀਆਂ ਸਰਕਾਰ ਨੂੰ ਘੇਰਨ ਤੋਂ। ਸੋ ਜੇਕਰ ਭਗਵੰਤ ਸਿੰਘ ਮਾਨ ਹੋਰਾਂ ਨੇ ਬੀਤੇ ਦੌਰ 'ਚ ਅਜਿਹੀਆਂ ਗੱਲਾਂ ਕੀਤੀਆਂ ਔਰ ਕੀਤੀਆਂ ਵੀ ਜੱਗ ਜ਼ਾਹਰ ਆ ਤਾਂ ਫਿਰ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੇ ਅਮਲ ਜਿਹੜਾ ਜ਼ਰੂਰ ਕਰਨਾ ਚਾਹੀਦਾ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਫੋਟੋ ਲਾਓ, ਨਹੀਂ ਲਾਉਣੀ, ਇਹ ਸਾਡਾ ਮੁੱਦਾ ਨਹੀਂ ਆ। ਅਸੀਂ ਤਾਂ ਕੇਵਲ ਉਹ ਤਸਵੀਰ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਜਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਆ ਕਿ ਜੋ ਭਗਵੰਤ ਸਿੰਘ ਮਾਨ ਹੋਰਾਂ ਨੇ ਬੀਤੇ ਦੌਰ ਦੀਆਂ ਗੱਲਾਂ ਕੀਤੀਆਂ ਤੇ ਅੱਜ ਕਿਸ ਤਰੀਕੇ ਨਾਲ ਕੀਤੀਆਂ ਤੇ ਜਦੋਂ ਸਰਕਾਰ ਬਣੀ ਉਦੋਂ ਕੀ ਕੀਤੀਆਂ। ਬਾਕੀ ਇਹ ਸਰਕਾਰ ਦੇ ਆਪਣੀ ਮਰਜ਼ੀ ਆ ਕਿ ਉੱਥੇ ਹਸਪਤਾਲਾਂ ਦੇ ਵਿੱਚ ਉਹਨਾਂ ਨੇ ਹੁਣ ਕਿਹਦੀ ਫੋਟੋ ਲਾਉਣੀ, ਆਪਣੀ ਫੋਟੋ ਲਾਉਣੀ ਆ ਜਾਂ ਅਰਵਿੰਦ ਕੇਜਰੀਵਾਲ ਦੀ ਲਾਉਣੀ ਆ, ਇਹ ਸਰਕਾਰ ਦੀ ਆਪਣੀ ਮਨਮਰਜ਼ੀ ਆ। ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਪਰ ਹਾਂ ਸਰਕਾਰ ਦੀ ਬੀਤੇ ਸਮੇਂ ਦੇ ਵਿੱਚ ਇਹੋ ਜਿਹੀਆਂ ਨੀਤੀਆਂ ਦੇ ਪ੍ਰਤੀ ਕਿਹੋ ਜਿਹੀ ਸੋਚ ਰਹੀ ਆ ਉਸ ਨੂੰ ਦਰਸ਼ਕਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਆ। ਸੋ ਅਸੀਂ ਆਪਣਾ ਫਰਜ਼ ਜਿਹੜਾ ਉਸ ਪੱਖ ਤੋਂ ਪੂਰਾ ਕੀਤਾ। ਬਿਲਕੁਲ ਜੀ ਬਿਲਕੁਲ। ਜਿਸ ਨੂੰ ਲੈ ਕੇ ਅੱਜ ਚਾਹੇ ਆਮ ਆਦਮੀ ਪਾਰਟੀ ਦਾ ਆਪਾਂ ਗੱਲ ਕਰੀ ਵੀ ਜੋ ਉਹਨਾਂ ਵੱਲੋਂ ਅੱਜ ਤਸਵੀਰ ਦੇ ਉੱਪਰ ਵਿਵਾਦ ਹੋਇਆ, ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਿੱਖੇ ਤੰਜ ਕੀਤੇ ਗਏ ਨੇ। ਨਾਲ ਹੀ ਨਾਲ ਜਿਸ ਤਰੀਕੇ ਨਾਲ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਉਸ ਦੇ ਉੱਪਰ ਵੀ ਬੜਾ ਤਿੱਖਾ ਤੰਜ ਅੱਜ ਵਿਰੋਧੀਆਂ ਵੱਲੋਂ ਆਇਆ। ਉਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਭਗਵੰਤ ਮਾਨ ਦੀ ਜ਼ੁਬਾਨ ਦੇ ਮੁਤਾਬਕ ਹੀ ਵੀ ਜੇਕਰ ਉਹਨਾਂ ਨੂੰ ਇੰਨਾ ਹੀ ਖਤਰਾ ਹੈ 3-3 ਹਜ਼ਾਰ ਸੁਰੱਖਿਆ ਕਰਮੀ ਰੱਖਣੇ ਪੈਂਦੇ ਨੇ ਤਾਂ ਉਹ ਵੀ ਪੋਲਟਰੀ ਫਾਰਮ
ਖੋਲ੍ਹ ਸਕਦੇ ਨੇ। ਸੋ ਇਸ ਤਰ੍ਹਾਂ ਤੰਜ ਅੱਜ ਸੁਰੱਖਿਆ ਨੂੰ ਲੈ ਕੇ ਵੀ ਕੀਤੇ ਗਏ ਨੇ। ਸੋ ਨਾਲ ਹੀ ਨਾਲ ਹੁਣ ਆਪਾਂ ਗੱਲਬਾਤ ਕਰ ਲਈਏ, ਭਗਵੰਤ ਮਾਨ ਦੀ ਸੁਰੱਖਿਆ ਦੀ ਗੱਲ ਕੀਤੀ ਹੈਗੀ, ਲੇਕਿਨ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਅੱਜ ਲੁਧਿਆਣਾ ਦੇ ਵਿੱਚ ਭਗਵੰਤ ਸਿੰਘ ਮਾਨ ਦਾ ਤਿੱਖਾ ਵਿਰੋਧ ਕੀਤਾ ਗਿਆ। ਕਾਲੇ ਝੰਡਿਆਂ ਦੇ ਨਾਲ ਪੁੱਜੇ ਹੋਏ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਆਖਿਰ ਇਹ ਵਿਅਕਤੀ ਕੌਣ ਸਨ, ਇਹ ਲੋਕ ਕੌਣ ਸਨ ਅਤੇ ਇਹਨਾਂ ਨੇ ਭਗਵੰਤ ਸਿੰਘ ਮਾਨ ਦਾ ਇੰਨਾ ਤਿੱਖਾ ਵਿਰੋਧ ਕੀਤਾ ਕਿਉਂ? ਕੀ ਮਾਮਲਾ ਕੀ ਸੀ ਪੂਰਾ? ਇਹ ਲਖਵਿੰਦਰ ਜੀ ਜਿਹੜਾ ਮਾਮਲਾ ਉਹ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦਾ ਮਾਮਲਾ ਹੈਗਾ ਜੀ। ਉਹਨਾਂ ਵੱਲੋਂ ਭਗਵੰਤ ਸਿੰਘ ਮਾਨ ਦਾ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੂੰ ਬੀਤੇ ਦੌਰ 'ਚ ਹਾਈ ਕੋਰਟ ਨੇ ਫੈਸਲਾ ਸੁਣਾ ਕੇ ਜਿਨ੍ਹਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ। ਇਹਨਾਂ ਅਧਿਆਪਕਾਂ ਦੀ ਮੰਗ ਸੀ ਕਿ ਸਰਕਾਰ ਨੇ ਸਾਡੇ ਕੇਸ ਦੀ ਜਿਹੜੀ ਪੈਰਵੀ ਹੈ ਠੀਕ ਤਰੀਕੇ ਨਾਲ ਨਹੀਂ ਕੀਤੀ, ਜਿਹੜਾ ਉਹਨਾਂ ਦਾ ਚੱਕਰ ਜਿਹੜਾ ਚੱਲ ਰਿਹਾ ਸੀ। ਅਸਲ ਦੇ ਵਿੱਚ ਇਹ ਮਾਮਲਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦਾ ਹੈਗਾ। ਉਸ ਵੇਲੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜਦੋਂ ਆਖਰੀ ਸਮੇਂ ਦੇ ਵਿੱਚ ਸੀ ਤਾਂ ਉਸ ਵੇਲੇ ਪ੍ਰਗਟ ਸਿੰਘ ਹੁਣੀ ਜਦੋਂ ਸਿੱਖਿਆ ਮੰਤਰੀ ਸਨ ਤਾਂ ਉਹਨਾਂ ਨੇ ਕੁਝ ਲੈਕਚਰਰ ਜਿਹੜੇ 1158 ਲੈਕਚਰਰ ਜਿਹੜੇ ਭਰਤੀ ਕੀਤੇ ਸਨ, ਜਿਹੜੇ ਕਾਲਜਾਂ ਦੇ ਵਿੱਚ ਲੱਗਣੇ ਸਨ, ਸਹਾਇਕ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਜਿਨ੍ਹਾਂ ਨੂੰ ਕਿਹਾ ਜਾਂਦਾ। ਤਾਂ ਆਮ ਤੌਰ ਤੇ ਲਖਵਿੰਦਰ ਜੀ ਇੱਕ ਉਹਦਾ ਪੂਰਾ ਪ੍ਰੋਟੋਕੋਲ ਹੁੰਦਾ ਕਿ ਜਿਹੜੀ ਪ੍ਰੋਫੈਸਰਾਂ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਉਹ ਕਰਦਾ ਹੈਗਾ। ਪਰ ਉਸ ਸਮੇਂ ਪ੍ਰਗਟ ਸਿੰਘ ਹੋਣਾ ਨੇ ਸਿਆਸੀ ਲਾਹਾ ਲੈਣ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਨੇ ਆਪਣੇ ਪੱਧਰ ਤੇ ਹੀ ਇੱਕ ਬੋਰਡ ਬਣਾ ਕੇ ਉਹਨਾਂ ਦਾ ਟੈਸਟ ਲਿਆ ਤੇ ਆਪਣੀ ਮਰਜ਼ੀ ਦੇ ਨਾਲ ਹੀ ਜੋ ਸਰਕਾਰੀ ਜੋ UGC ਦੀਆਂ ਨੀਤੀਆਂ ਨੇ ਉਹਨਾਂ ਦੇ ਬਿਲਕੁਲ ਉਲਟ ਜਾ ਕੇ ਇਹਨਾਂ 1158 ਲੈਕਚਰਾਂ ਨੂੰ ਭਰਤੀ ਕਰ ਲਿਆ। ਉਹਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗਣ ਵਾਲਾ ਸੀ, ਅਪਾਇੰਟਮੈਂਟ ਨਿਯੁਕਤੀ ਪੱਤਰ ਦੇ ਦਿੱਤੇ ਗਏ, ਪਰ ਸਟੇਸ਼ਨ ਜਿਹੜੇ ਨੇ ਉਹ ਬਹੁਤ ਜਿਹੜੇ ਅਸਿਸਟੈਂਟ ਪ੍ਰੋਫੈਸਰ ਸੀ ਉਹਨਾਂ ਨੂੰ ਐਲਾਨ ਨਹੀਂ ਸੀ ਕੀਤੇ ਕਿ ਕਿਹੜੇ ਸਟੇਸ਼ਨ ਤੇ ਜਾ ਕੇ ਨੌਕਰੀ ਕਰਨੀ ਹੈ। ਤਾਂ ਜਦੋਂ ਇਹਦੇ ਉਲਟ ਜਿਹੜੇ ਕੁਝ ਵਿਅਕਤੀ ਅਜਿਹੇ ਸਨ ਕਿ ਜਿਹੜੇ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਅਸੀਂ ਯੋਗ ਪ੍ਰਕਿਰਿਆ ਰਾਹੀਂ ਇਹਨਾਂ ਦੀ ਭਰਤੀ ਜਿਹੜੀ ਕੀਤੀ ਜਾਵੇ ਤੇ ਯੋਗ ਪ੍ਰਕਿਰਿਆ ਦੇ ਰਾਹੀਂ ਹੀ ਇਹ ਸਾਰਾ ਕੰਮ ਹੋਣਾ ਚਾਹੀਦਾ UGC ਦੇ ਨਿਯਮਾਂ ਦੇ ਅਨੁਸਾਰ, ਤਾਂ ਫਿਰ ਹੋਇਆ ਕਿ ਉਹ ਲੋਕਾਂ ਨੇ ਹਾਈ ਕੋਰਟ 'ਚ ਜਾ ਕੇ ਅਪੀਲ ਕੀਤੀ ਸਰਕਾਰ ਦੀਆਂ ਇਹਨਾਂ ਨੀਤੀਆਂ ਦੇ ਖਿਲਾਫ। ਤਾਂ ਹਾਈ ਕੋਰਟ ਨੇ ਜਿਹੜਾ ਫੈਸਲਾ ਉਹ ਸੁਣਾਤਾ ਕਿ ਇਹ ਨਿਯੁਕਤੀਆਂ ਜਿਹੜੀਆਂ ਨੇ ਠੀਕ ਪ੍ਰੋਪਰ ਚੈਨਲ ਰਾਹੀਂ ਜਿਹੜੀਆਂ ਉਹ ਨਹੀਂ ਹੋਈਆਂ ਤਾਂ ਇਹਨਾਂ ਨੂੰ ਰੱਦ ਕੀਤਾ ਜਾਂਦਾ। ਤਾਂ ਇਹ ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਜਿਹੜੇ ਕੰਮ ਕਰਦੇ ਆ, ਜਿਨ੍ਹਾਂ ਨੂੰ 6 ਜਾਂ 7 ਮਹੀਨੇ ਹੋ ਗਏ ਨੇ, ਕੁਦਰਤੀ ਤੌਰ ਤੇ ਉਹ ਸੜਕਾਂ ਤੇ ਆ ਗਏ ਨੇ। ਲਖਵਿੰਦਰ ਜੀ, ਜਦੋਂ ਕਿਸੇ ਵਿਅਕਤੀ ਦਾ ਰੁਜ਼ਗਾਰ ਜਾਂਦਾ ਪਤਾ ਉਸ ਨੂੰ ਹੁੰਦਾ ਕਿ ਬੰਦਾ ਚੱਲਦੇ ਚੱਲਦੇ ਜਦੋਂ ਸੜਕ ਤੇ ਆ ਜਾਵੇ ਤਾਂ ਉਹਨਾਂ ਦਾ ਕੁਦਰਤੀ ਤੌਰ ਤੇ ਵਿਰੋਧ ਪ੍ਰਗਟਾਵਾ ਕਰਦਾ ਉਹਨਾਂ ਦਾ ਹੱਕ ਆ। ਤਾਂ ਇਹ ਹੁਣ ਸਰਕਾਰ ਦਾ ਫਰਜ਼ ਆ ਕਿ ਉਹਨਾਂ ਦਾ ਵਿਚਕਾਰਲਾ ਰਸਤਾ ਕੀ ਕੱਢਿਆ ਜਾਵੇ। ਬੇਸ਼ੱਕ ਹਾਈ ਕੋਰਟ ਨੇ ਆਪਣਾ ਫੈਸਲਾ ਤਾਂ ਦੇ ਦਿੱਤਾ, ਪਰ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਕੋਈ ਵੀ ਹੋਵੇ, ਕਿਉਂਕਿ ਇਹ ਜਿਹੜੇ ਵਿਅਕਤੀ ਨੇ ਇਹ ਸਰਕਾਰ ਦੁਆਰਾ ਹੀ ਨਿਯੁਕਤ ਕੀਤੇ ਗਏ ਸਨ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਉਹ ਅਕਾਲੀਆਂ ਦੀ ਹੋਵੇ। ਤਾਂ ਜ਼ਿੰਮੇਵਾਰੀ ਹੁਣ ਮੌਜੂਦਾ ਸਰਕਾਰ ਦੀ ਹੈ ਕਿ ਇਹ ਹੁਣ ਬੇਰੁਜ਼ਗਾਰ ਅਧਿਆਪਕ ਜਿਹੜੇ ਸਹਾਇਕ ਪ੍ਰੋਫੈਸਰ ਨੇ, ਜਿਨ੍ਹਾਂ ਨੇ 7-7 8-8 ਮਹੀਨੇ ਨੌਕਰੀ ਕੀਤੀ ਹੈ, ਹੁਣ ਉਹ ਕਿੱਧਰ ਜਾਣ, ਉਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ। ਸੋ ਇਸ ਕਰਕੇ ਇਹ ਜਿਹੜਾ ਵਿਰੋਧ ਪ੍ਰਦਰਸ਼ਨ ਜਿਹੜਾ ਉੱਥੇ ਕੀਤਾ ਗਿਆ, ਧੱਕਾ ਮੁੱਕੀ ਵੀ ਹੋਈ, ਬੇਸ਼ੱਕ ਉਹਨਾਂ ਨੂੰ ਥਾਣੇ ਫੜ ਕੇ ਲਿਜਾ ਕੇ ਬਾਅਦ ਛੱਡ ਦਿੱਤਾ ਗਿਆ, ਪਰ ਉਹਨਾਂ ਨੇ ਆਪਣੀ ਜਿਹੜੀ ਹੱਕ ਦੀ ਜਿਹੜੀ ਆਵਾਜ਼ ਹੈ ਉੱਥੇ ਉਠਾਈ ਆ। ਤਾਂ ਕੁਦਰਤੀ ਤੌਰ ਤੇ ਲਖਵਿੰਦਰ ਜੀ, ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਅੰਦਰ ਅੱਗੇ ਹੀ ਵੱਖ-ਵੱਖ ਬੜੀਆਂ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਨੇ। ਹੁਣ ਇਹ ਪ੍ਰੋਫੈਸਰ, ਸਹਾਇਕ ਪ੍ਰੋਫੈਸਰ ਵੀ ਸੜਕਾਂ ਤੇ ਉਤਰ ਆਏ ਨੇ। ਇਹ ਤਾਂ ਨੌਕਰੀ ਕਰਦੇ ਪਏ ਸਨ ਜਿਨ੍ਹਾਂ ਨੂੰ ਮਾਨਜੋ ਕੋਰਟ ਦੇ ਹੁਕਮਾਂ ਨਾਲ ਘਰ ਜਾਣਾ ਪਿਆ, ਪਰ ਸਰਕਾਰ ਕਿਉਂਕਿ ਜ਼ਿੰਮੇਵਾਰ ਬਣਦੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵਿਚਕਾਰਲਾ ਰਸਤਾ ਕੱਢ ਕੇ ਇਹਨਾਂ ਨੂੰ ਰਾਹਤ ਜਿਹੜੀ ਹੈ ਜ਼ਰੂਰ ਪਹੁੰਚਾਈ ਜਾਵੇ, ਤਾਂ ਜੋ ਇਹ ਵੀ ਆਪਣੇ ਬੱਚਿਆਂ ਨੂੰ ਪਾਲ ਸਕਣ, ਆਪਣੇ ਪਰਿਵਾਰਾਂ ਨੂੰ ਪਾਲ ਸਕਣ। ਬਿਲਕੁਲ ਸਰ, ਬਿਲਕੁਲ ਜੀ। ਸੋ ਅਣਖੀ ਸਰ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।